John chapter 15. यूहन्ना दी अंजील उसदा 15 अध्याय First two verses. ਉਸ ਦੀਆਂ ਪਹਿਲੀਆਂ ਦੋ ਆਇਤਾਂ। I am the true vine, ਸੱਚੀ ਅੰਗੂਰ ਦੀ ਵੇਲ ਮੈਂ ਹਾਂ and my Father is the husbandman. ਅਤੇ ਮੇਰਾ ਪਿਤਾ ਬਾਗਵਾਨ ਹੈ। Every branch in me that beareth not fruit, he taketh away. ਹਰੇਕ ਟਹਿਣੀ ਜਿਹੜੀ ਮੇਰੇ ਵਿੱਚ ਹੈ ਅਤੇ ਫਲ ਨਹੀਂ ਦਿੰਦੀ ਉਸ ਨੂੰ ਲਾ ਸੁੱਟਦਾ ਹੈ। He purgeth it, that it may bring forth more fruit. ਅਤੇ ਹਰੇਕ ਜੋ ਫਲ ਦਿੰਦੀ ਹੈ ਉਹ ਉਸ ਨੂੰ ਛਾਂਗਦਾ ਹੈ ਤਾਂ ਜੋ ਹੋਰ ਵੀ ਫਲ ਦੇਵੇ। Every branch that beareth fruit, he purgeth it, ਹਰੇਕ ਜੋ ਫਲ ਦਿੰਦੀ ਹੈ ਉਹ ਉਸ ਨੂੰ ਛਾਂਗਦਾ ਹੈ। My dear friends, ਮੇਰੇ ਪਿਆਰੇ ਮਿੱਤਰੋ, the testimony about our Lord began, of course, in the Old Testament. ਸਾਡੇ ਪ੍ਰਭੂ ਦੇ ਬਾਰੇ ਗਵਾਹੀ ਪੁਰਾਣੇ ਨਿਯਮ ਤੋਂ ਹੀ ਸ਼ੁਰੂ ਹੋ ਗਈ ਸੀ। The Savior is coming, the anointed Christ is coming. ਮੁਕਤੀਦਾਤਾ ਆ ਰਿਹਾ ਹੈ, ਮਸਾ ਕੀਤਾ ਹੋਇਆ ਮਸੀਹ ਆ ਰਿਹਾ ਹੈ। And what did Jesus teach? ਅਤੇ ਪ੍ਰਭੂ ਯਿਸੂ ਮਸੀਹ ਨੇ ਕੀ ਸਿਖਾਇਆ ਸੀ? By their fruit ye shall know them. ਤੁਸੀਂ ਉਹਨਾਂ ਦੇ ਫਲਾਂ ਦੁਆਰਾ ਉਹਨਾਂ ਨੂੰ ਜਾਣੋਗੇ। That's the unmistakable sign of a tree. ਇਹ ਇੱਕ ਰੁੱਖ ਦੀ ਨਿਸ਼ਾਨੀ ਹੁੰਦੀ ਹੈ। What is the fruit which this tree bears? ਇਹ ਰੁੱਖ ਕਿਹੜਾ ਫਲ ਪੈਦਾ ਕਰਦਾ ਹੈ? Does it bear fruit which is edible? ਕੀ ਇਹ ਉਸ ਫਲ ਨੂੰ ਦਿੰਦਾ ਹੈ ਜਿਹੜਾ ਕਿ ਖਾਣ ਦੇ ਯੋਗ ਹੈ? What kind of fruit is this? ਇਹ ਕਿਹੜੀ ਕਿਸਮ ਦਾ ਫਲ ਹੈ? You know, I have to get to know a lot of fruit which I never knew. ਦੇਖੋ, ਮੈਨੂੰ ਬਹੁਤ ਸਾਰੇ ਫਲਾਂ ਦੇ ਬਾਰੇ ਜਾਣਨਾ ਪਿਆ ਜਿਨ੍ਹਾਂ ਦੇ ਬਾਰੇ ਮੈਨੂੰ ਕੁਝ ਵੀ ਜਾਣਕਾਰੀ ਨਹੀਂ ਸੀ। Because suddenly I find a very strange looking fruit set before me in some part of the world. ਕਿਉਂਕਿ ਸੰਸਾਰ ਦੇ ਕਈ ਹਿੱਸਿਆਂ ਵਿੱਚ ਮੇਰੇ ਸਾਹਮਣੇ ਬੜੇ ਹੀ ਅਜੀਬ ਫਲ ਰੱਖ ਦਿੱਤੇ ਜਾਂਦੇ ਸਨ। I say, what fruit is this? ਮੈਂ ਪੁੱਛਦਾ ਹੁੰਦਾ ਸੀ ਕਿ ਇਹ ਕਿਹੜਾ ਫਲ ਹੈ। They say, you try it, it's very nice. ਉਹ ਕਹਿੰਦੇ ਸਨ ਇਸ ਨੂੰ ਖਾ ਕੇ ਵੇਖ, ਇਹ ਬਹੁਤ ਹੀ ਵਧੀਆ ਹੈ। But somehow I have an old habit of just liking a few fruit only. ਪਰ ਮੇਰੀ ਇੱਕ ਆਦਤ ਸੀ ਕਿ ਮੈਂ ਬਹੁਤ ਹੀ ਘੱਟ ਫਲ ਪਸੰਦ ਕਰਦਾ ਸੀ। And one of those fruit is Banganapalli. ਅਤੇ ਉਹਨਾਂ ਵਿੱਚੋਂ ਇੱਕ ਫਲ ਦਾ ਨਾਮ ਬੰਗਨਫੈਲੀ ਸੀ। And I don't care very much for other fruit. ਅਤੇ ਦੂਜੇ ਫਲ ਮੈਨੂੰ ਜ਼ਿਆਦਾ ਪਸੰਦ ਨਹੀਂ ਹੁੰਦੇ ਸਨ। But there are some wonderful fruit. ਪਰ ਕੁਝ ਫਲ ਬਹੁਤ ਹੀ ਅਦਭੁਤ ਹੁੰਦੇ ਹਨ। In the early part of the New Testament, ਨਵੇਂ ਨਿਯਮ ਦੀ ਸ਼ੁਰੂਆਤ ਦੇ ਵਿੱਚ ਹੀ John the Baptist said, ਯਹੂਨਾ ਬਪਤਿਸਮਾ ਦੇਣ ਵਾਲੇ ਨੇ ਆਖਿਆ ਸੀ, the axe is laid at the root of every tree. ਕਿ ਕੁਲਹਾੜੀ ਹਰੇਕ ਰੁੱਖ ਦੀ ਜੜ ਉੱਤੇ ਰੱਖੀ ਹੋਈ ਹੈ। Every tree that beareth not forth good fruit shall be hewn down and cast into the fire. ਹਰੇਕ ਰੁੱਖ ਜਿਹੜਾ ਫਲ ਨਹੀਂ ਲਿਆਉਂਦਾ ਉਹ ਵੱਢ ਸੁੱਟਿਆ ਜਾਵੇਗਾ ਅਤੇ ਫਿਰ ਅੱਗ ਦੇ ਵਿੱਚ ਸੁੱਟ ਦਿੱਤਾ ਜਾਵੇਗਾ।
Of course, we all do the same thing. ਦੇਖੋ ਅਸੀਂ ਸਾਰੇ ਇਸ ਤਰ੍ਹਾਂ ਹੀ ਕਰਦੇ ਹਾਂ। If you see a tree in your garden ਅਤੇ ਮੰਨ ਲਓ ਤੁਹਾਡੇ ਬਾਗ ਦੇ ਵਿੱਚ ਇੱਕ ਰੁੱਖ ਹੈ and that tree does not bring forth any good fruit, ਅਤੇ ਇਹ ਰੁੱਖ ਕਿਸੇ ਵੀ ਕਿਸਮ ਦਾ ਚੰਗਾ ਫਲ ਨਹੀਂ ਦਿੰਦਾ ਹੈ and it occupies so much room in your garden, ਅਤੇ ਇਸ ਨੇ ਤੁਹਾਡੇ ਬਾਗ ਦੇ ਵਿੱਚ ਐਵੇਂ ਜਗ੍ਹਾ ਘੇਰੀ ਹੋਈ ਹੈ, what do you say? ਤੁਸੀਂ ਕੀ ਕਹੋਗੇ? Cut it down. ਇਸ ਨੂੰ ਵੱਢ ਸੁੱਟੋ। Let us put a fruit bearing good tree. ਆਪਾਂ ਇਸ ਦੀ ਜਗ੍ਹਾ ਤੇ ਕੋਈ ਫਲ ਦੇਣ ਵਾਲਾ ਪੌਦਾ ਲਗਾਵਾਂਗੇ। Now, my dear friends, ਮੇਰੇ ਪਿਆਰੇ ਮਿੱਤਰੋ, there are the fruit of the flesh ਇੱਥੇ ਸਰੀਰ ਦੇ ਫਲ ਹੁੰਦੇ ਹਨ and all of us bear that fruit. ਅਤੇ ਅਸੀਂ ਸਾਰੇ ਹੀ ਉਹਨਾਂ ਫਲਾਂ ਨੂੰ ਪੈਦਾ ਕਰਦੇ ਹਾਂ। You know, our thoughts. ਦੇਖੋ ਸਾਡੇ ਵਿਚਾਰਾਂ ਵਿੱਚ ਵੀ। Tell me your thoughts and I will tell you what your product is. ਮੈਨੂੰ ਆਪਣੇ ਵਿਚਾਰ ਦੱਸੋ ਤਾਂ ਮੈਂ ਦੱਸ ਦੇਵਾਂਗਾ ਕਿ ਤੁਹਾਡੇ ਫਲ ਕਿਹੋ ਜਿਹੇ ਹੋਣਗੇ। Because ਕਿਉਂਕਿ it all begins with your thought. ਇਹ ਸਭ ਕੁਝ ਵਿਚਾਰਾਂ ਦੇ ਨਾਲ ਹੀ ਸ਼ੁਰੂ ਹੁੰਦਾ ਹੈ। You know, everybody here knows we have fearful thoughts, suspicious thoughts. ਵੇਖੋ ਹਰੇਕ ਜਾਣਦਾ ਹੈ ਕਿ ਸਾਡੇ ਕੋਲ ਡਰਾਉਣੇ ਵਿਚਾਰ ਵੀ ਹੁੰਦੇ ਹਨ, ਚੰਗੇ ਵਿਚਾਰ ਵੀ ਹੁੰਦੇ ਹਨ। And you know also that you have thoughts of ill will. ਅਤੇ ਬੁਰੀ ਇੱਛਾ ਦੇ ਵਿਚਾਰ ਵੀ ਤੁਹਾਡੇ ਸਭਨਾਂ ਦੇ ਕੋਲ ਹੀ ਹੁੰਦੇ ਹਨ। Ill will is not good will. ਬੁਰੀ ਇੱਛਾ ਦੇ ਵਿਚਾਰ। Some people are full of negative thought. ਕੁਝ ਲੋਕ ਤਾਂ ਬਹੁਤ ਹੀ ਨਕਾਰਾਤਮਕ ਵਿਚਾਰਾਂ ਦੇ ਨਾਲ ਭਰੇ ਹੋਏ ਹੁੰਦੇ ਹਨ। You know, fearful thoughts. ਡਰਾਉਣੇ ਵਿਚਾਰਾਂ ਦੇ ਨਾਲ। Fear and faith do not go together. ਡਰ ਅਤੇ ਵਿਸ਼ਵਾਸ ਦੋਵੇਂ ਕਦੇ ਵੀ ਇਕੱਠੇ ਨਹੀਂ ਜਾਂਦੇ ਹਨ। My father used to say again and again, ਮੇਰੇ ਪਿਤਾ ਵਾਰ-ਵਾਰ ਇਸ ਤਰ੍ਹਾਂ ਆਖਦੇ ਹੁੰਦੇ ਸਨ, faith and sin will not go together. ਵਿਸ਼ਵਾਸ ਅਤੇ ਪਾਪ ਦੋਵੇਂ ਇਕੱਠੇ ਨਹੀਂ ਜਾਂਦੇ ਹਨ। That is why what we call Christianity today is such a fruitless kind of religion. ਇਸੇ ਕਰਕੇ ਹੀ ਅੱਜ ਦੀ ਮਸੀਹਤ ਇੱਕ ਬਹੁਤ ਹੀ ਫਲਹੀਨ ਮਸੀਹਤ ਬਣ ਗਈ ਹੈ। What is the good of that kind of religion? ਇਸ ਕਿਸਮ ਦੇ ਧਰਮ ਦਾ ਕੀ ਫਾਇਦਾ ਹੈ? Nothing. ਕੁਝ ਵੀ ਨਹੀਂ। Some of our old grandparents and others, ਸਾਡੇ ਕੁਝ ਬਾਪ ਦਾਦੇ ਅਤੇ ਕੁਝ ਹੋਰ they ਲੋਕ faced some persecution. ਉਹਨਾਂ ਨੇ ਸਤਾਓ ਦਾ ਸਾਹਮਣਾ ਕੀਤਾ ਸੀ। Some of them were thrown out of the society, their societies. ਉਹਨਾਂ ਵਿੱਚੋਂ ਕਈ ਤਾਂ ਆਪਣੇ ਸਮਾਜ ਦੇ ਵਿੱਚੋਂ ਵੀ ਬਾਹਰ ਕੱਢ ਦਿੱਤੇ ਗਏ ਸਨ। Some of them were disowned by their parents. ਕੁਝ ਉਹਨਾਂ ਦੇ ਮਾਂ-ਬਾਪ ਦੇ ਦੁਆਰਾ ਤਿਆਗ ਦਿੱਤੇ ਗਏ ਸਨ। Some of them were cut off from all their heritage. ਉਹਨਾਂ ਵਿੱਚੋਂ ਕਈਆਂ ਨੂੰ ਆਪਣੀ ਜਾਇਦਾਦ ਦੇ ਵਿੱਚੋਂ ਕੁਝ ਵੀ ਹਿੱਸਾ ਨਹੀਂ ਮਿਲਿਆ ਸੀ। In some ways or other, some way or other, they were persecuted. ਕਿਸੇ ਨਾ ਕਿਸੇ ਢੰਗ ਦੇ ਦੁਆਰਾ ਉਹ ਸਤਾਏ ਗਏ ਸਨ। But the Lord Jesus said, ਪਰ ਪ੍ਰਭੂ ਯਿਸੂ ਆਖਦਾ ਹੈ, blessed are you when you are persecuted for righteousness' sake. ਧੰਨ ਹੋ ਜਦੋਂ ਤੁਸੀਂ ਧਾਰਮਿਕਤਾ ਦੇ ਕਾਰਨ ਸਤਾਏ ਜਾਂਦੇ ਹੋ, ਸਤਾਓ ਵਿੱਚੋਂ ਦੀ ਲੰਘਦੇ ਹੋ। See, in many situations today, ਵੇਖੋ ਅੱਜ ਬਹੁਤ ਸਾਰੀਆਂ ਸਥਿਤੀਆਂ ਦੇ ਵਿੱਚ people are persecuted simply because they are righteous. ਲੋਕ ਸਿਰਫ ਇਸ ਕਰਕੇ ਸਤਾਏ ਜਾਂਦੇ ਹਨ ਕਿਉਂਕਿ ਉਹ ਧਰਮੀ ਹੁੰਦੇ ਹਨ। My father was a teacher. ਮੇਰੇ ਪਿਤਾ ਜੀ ਇੱਕ ਅਧਿਆਪਕ ਸਨ। He became a headmaster and so on and so forth. ਉਹ ਮੁੱਖ ਅਧਿਆਪਕ ਵੀ ਬਣ ਗਏ ਸਨ। But ਪਰ in the examinations, he would not permit copying or cheating.
ਪ੍ਰੀਖਿਆ ਦੇ ਸਮੇਂ ਉਹ ਕਦੇ ਵੀ ਨਕਲ ਮਾਰਨ ਦੀ ਇਜਾਜ਼ਤ ਨਹੀਂ ਦਿੰਦੇ ਹੁੰਦੇ ਸਨ। And people used to think, ਅਤੇ ਲੋਕ ਕਿਸ ਤਰ੍ਹਾਂ ਸੋਚਦੇ ਸਨ, how can Mr. Daniel continue in Andhra Pradesh? ਲੋਕ ਆਖਦੇ ਸਨ ਕਿ ਇਹ ਆਪਣੇ ਅਹੁਦੇ ਤੇ ਫਿਰ ਕਿਸ ਤਰ੍ਹਾਂ ਬਣਿਆ ਰਹੇਗਾ। How can he be a teacher in our high school? ਕਿਵੇਂ ਫਿਰ ਉਹ ਸਾਡੇ ਹਾਈ ਸਕੂਲ ਦੇ ਵਿੱਚ ਅਧਿਆਪਕ ਬਣਿਆ ਰਹੇਗਾ। He will not tolerate copy. ਉਹ ਨਕਲ ਮਾਰਨ ਨੂੰ ਸਹਿਣ ਨਹੀਂ ਕਰਦਾ ਸੀ। Nowadays, ਅੱਜ ਕੱਲ੍ਹ ਤਾਂ even teachers and lecturers encourage copy. ਅੱਜ ਕੱਲ੍ਹ ਤਾਂ ਅਧਿਆਪਕ ਅਤੇ ਖੁਦ ਲੈਕਚਰਰ ਕਾਪੀ ਕਰਾਉਂਦੇ ਹਨ। And students are having a lot of difficulty when they say in the exam hall, we do not want your help. ਅਤੇ ਵਿਦਿਆਰਥੀਆਂ ਨੂੰ ਬਹੁਤ ਹੀ ਮੁਸ਼ਕਿਲ ਹੁੰਦੀ ਹੈ ਜੇਕਰ ਉਹਨਾਂ ਨੂੰ ਆਖਿਆ ਜਾਵੇ ਕਿ ਅਸੀਂ ਤੁਹਾਡੀ ਕੋਈ ਮਦਦ ਨਹੀਂ ਕਰਾਂਗੇ। So the invigilators have become cheaters. ਇਸ ਕਰਕੇ ਨਿਗਰਾਨੀ ਕਰਨ ਵਾਲੇ ਹੀ ਨਕਲ ਕਰਾਉਂਦੇ ਹਨ। Sometimes our students, converted students, ਕਈ ਵਾਰੀ ਸਾਡੇ ਵਿਦਿਆਰਥੀ ਜਿਨ੍ਹਾਂ ਨੇ ਨਵਾਂ ਜਨਮ they ਪਾਇਆ ਹੋਇਆ ਹੈ find that they are oppressed because they do not cheat. ਉਹਨਾਂ ਨੂੰ ਸਤਾਇਆ ਜਾਂਦਾ ਹੈ ਕਿਉਂਕਿ ਉਹ ਨਕਲ ਨਹੀਂ ਮਾਰਦੇ ਹਨ। Now in offices also, ਅੱਜ ਕੱਲ੍ਹ ਤਾਂ ਦਫ਼ਤਰਾਂ ਦੇ ਵਿੱਚ ਵੀ when there is one man who does not take a bribe, ਜਦੋਂ ਇੱਕ ਵੀ ਵਿਅਕਤੀ ਅਜਿਹਾ ਹੁੰਦਾ ਹੈ ਜਿਹੜਾ ਰਿਸ਼ਵਤ ਨਹੀਂ ਲੈਂਦਾ ਹੈ there is a lot of trouble for others in the office. ਤਾਂ ਦਫ਼ਤਰ ਦੇ ਵਿੱਚ ਹੋਰਨਾਂ ਦੇ ਲਈ ਬਹੁਤ ਜ਼ਿਆਦਾ ਮੁਸ਼ਕਿਲ ਪੈਦਾ ਹੋ ਜਾਂਦੀ ਹੈ। And when the boss of the office is a converted man, ਅਤੇ ਦਫ਼ਤਰ ਦੇ ਵਿੱਚ ਬੌਸ ਜਦੋਂ ਨਵਾਂ ਜਨਮ ਪਾਇਆ ਹੋਇਆ ਵਿਅਕਤੀ ਹੁੰਦਾ ਹੈ and he will not allow any bribe taking, ਅਤੇ ਕੋਈ ਵੀ ਰਿਸ਼ਵਤ ਲੈਣ ਦੀ ਇਜਾਜ਼ਤ ਨਹੀਂ ਦਿੰਦਾ ਹੈ, everybody is angry. When is this man going to retire? ਤਾਂ ਹਰ ਕੋਈ ਕ੍ਰੋਧਿਤ ਹੁੰਦਾ ਹੈ ਅਤੇ ਪੁੱਛਦਾ ਹੈ ਕਿ ਕਦੋਂ ਇਹ ਵਿਅਕਤੀ ਰਿਟਾਇਰ ਹੋਵੇਗਾ। So on it goes ਅਤੇ ਇਸੇ in ਤਰ੍ਹਾਂ every field. ਹਰ ਦਫ਼ਤਰ ਦੇ ਵਿੱਚ ਚੱਲਦਾ ਹੈ। Now when we come into industry, ਜਦੋਂ ਅਸੀਂ ਉਦਯੋਗਾਂ ਦੇ ਵੱਲ ਆਉਂਦੇ ਹਾਂ it is worldwide competition. ਤਾਂ ਇੱਕ ਪੂਰੇ ਵਿਸ਼ਵ ਦੇ ਵਿੱਚ ਮੁਕਾਬਲਾ ਚੱਲ ਰਿਹਾ ਹੈ। If our product cannot face worldwide competition, ਜੇਕਰ ਸਾਡਾ ਉਤਪਾਦਨ ਵਿਸ਼ਵ ਦੇ ਮੁਕਾਬਲੇ ਵਿੱਚ ਖੜਾ ਨਾ ਰਹਿ ਸਕਿਆ then our manufacturing will cease. ਫਿਰ ਸਾਡਾ ਕੰਮਕਾਰ ਤਾਂ ਰੁਕ ਜਾਵੇਗਾ। When manufacturing ceases, there is joblessness. ਜੇਕਰ ਕੰਮਕਾਰ ਰੁਕ ਜਾਵੇਗਾ ਤਾਂ ਫਿਰ ਨੌਕਰੀਆਂ ਵੀ ਨਹੀਂ And ਰਹਿਣਗੀਆਂ when there is joblessness, taxes, economy begins to go down. ਅਤੇ ਜੇਕਰ ਨੌਕਰੀਆਂ ਨਹੀਂ ਰਹਿੰਦੀਆਂ ਹਨ ਤਾਂ ਅਰਥ ਵਿਵਸਥਾ ਘਟਣੀ ਸ਼ੁਰੂ ਹੋ ਜਾਂਦੀ ਹੈ The whole country suffers. ਅਤੇ ਫਿਰ ਇਸ ਦਾ ਦੁੱਖ ਸਾਰੇ ਦੇਸ਼ ਨੂੰ ਸਹਿਣਾ Where ਪੈਂਦਾ ਹੈ। does it begin? ਇਹ ਸਭ ਸ਼ੁਰੂਆਤ ਕਦੋਂ ਹੋਈ ਸੀ? It begins with lies and dishonesty. ਇਸ ਸਭ ਦੀ ਸ਼ੁਰੂਆਤ ਝੂਠ ਅਤੇ ਬੇਈਮਾਨੀ ਦੇ ਨਾਲ ਸ਼ੁਰੂ ਹੋਈ You ਸੀ pack a product very nicely ਅਤੇ ਤੁਸੀਂ ਉਤਪਾਦਨ ਬਾਹਰੋਂ ਤਾਂ ਬਹੁਤ ਸੋਹਣਾ ਬਣਾਇਆ ਸੀ and everybody buys it in other parts of the world, ਅਤੇ ਪੂਰੇ ਸੰਸਾਰ ਵਿੱਚ ਹਰ ਕੋਈ ਉਸ ਨੂੰ ਵੇਖ ਕੇ ਖਰੀਦਦਾ ਹੈ saying it is very inexpensive, it's made in India, ਅਤੇ ਉਹ ਆਖਦਾ ਹੈ ਕਿ ਇਹ ਭਾਰਤ 'ਚ ਬਣਿਆ ਹੈ, ਬਹੁਤ ਹੀ ਸਸਤਾ ਹੈ it is a very good product. ਅਤੇ ਇਹ ਬਹੁਤ ਹੀ ਵਧੀਆ ਹੈ। And after opening the package, ਪਰ ਜਦੋਂ ਉਸ ਪੈਕੇਟ ਨੂੰ ਖੋਲ੍ਹਦੇ ਹਨ they find it full of very poor material. ਅਤੇ ਫਿਰ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇਸ ਦੀ ਸਮੱਗਰੀ ਤਾਂ ਬਹੁਤ ਹੀ ਜ਼ਿਆਦਾ ਘਟੀਆ ਹੈ And it does not last. ਅਤੇ ਇਹ ਜ਼ਿਆਦਾ ਦਿਨ ਤੱਕ ਰਹਿੰਦਾ ਵੀ ਨਹੀਂ ਹੈ। So what do they say? ਫਿਰ ਉਹ ਕੀ ਆਖਦੇ ਹਨ? We will buy products from China. ਅਸੀਂ ਚੀਨ ਤੋਂ ਪ੍ਰੋਡਕਟ ਖਰੀਦਾਂਗੇ। We won't
buy any more products from India. ਅਸੀਂ ਇੰਡੀਆ ਤੋਂ ਕੋਈ ਪ੍ਰੋਡਕਟ ਨਹੀਂ ਖਰੀਦਾਂਗੇ। That means you have to shut down your company. ਇਹਦਾ ਮਤਲਬ ਹੈ ਤੁਹਾਡੀ ਕੰਪਨੀ ਬੰਦ ਹੋ ਜਾਵੇਗੀ। Nobody is going to buy your goods. ਕੋਈ ਵੀ ਤੁਹਾਡੀਆਂ ਵਸਤੂਆਂ ਨੂੰ ਨਹੀਂ ਖਰੀਦੇਗਾ। Where did this declension begin? ਪਰ ਇਹ ਸਭ ਪਤਨ ਦੀ ਸ਼ੁਰੂਆਤ ਹੋਈ ਕਿਦੋਂ ਸੀ? In a deceitful mind. ਇੱਕ ਧੋਖੇ ਵਾਲੇ ਮਨ ਦੇ ਵਿੱਚ। Somebody thought, ਕਿਸੇ I ਨੇ can ਸੋਚਿਆ get more gain if I give a counterfeit product. ਕਿਸੇ ਨੇ ਸੋਚਿਆ ਕਿ ਜੇਕਰ ਮੈਂ ਇਹਦੇ ਬਰਾਬਰ ਦਾ ਹੀ ਕੋਈ ਨਕਲੀ ਉਤਪਾਦਨ ਬਣਾ ਦਵਾਂ ਤਾਂ ਮੈਂ ਧੋਖਾ ਦੇ ਸਕਦਾ ਹਾਂ। So the product became bad. ਇਸ ਤਰ੍ਹਾਂ ਉਤਪਾਦਨ ਘਟੀਆ ਹੋ ਗਿਆ And the company collapsed. ਅਤੇ ਫਿਰ ਕੰਪਨੀ ਬੰਦ ਹੋ ਜਾਂਦੀ ਹੈ। 2,000 people lost their jobs. 2000 ਲੋਕਾਂ ਦੀਆਂ ਨੌਕਰੀਆਂ ਚਲੀਆਂ ਜਾਂਦੀਆਂ ਨੇ। My dear friends, ਮੇਰੇ ਪਿਆਰੇ ਮਿੱਤਰੋ, so I don't believe the prosperity of India will last very long. ਮੈਂ ਇਹ ਵਿਸ਼ਵਾਸ ਨਹੀਂ ਕਰਦਾ ਹਾਂ ਕਿ ਜੇਕਰ ਇਸ ਤਰ੍ਹਾਂ ਰਿਹਾ ਤਾਂ ਭਾਰਤ ਦੀ ਖੁਸ਼ਹਾਲੀ ਜ਼ਿਆਦਾ ਦੇਰ ਤੱਕ ਰਹੇਗੀ। Everybody is trying to buy Indian products and Chinese products today. ਹਰ ਕੋਈ ਅੱਜ ਭਾਰਤ ਅਤੇ ਚੀਨ ਦੇ ਉਤਪਾਦਨ ਖਰੀਦਣਾ ਚਾਹੁੰਦਾ ਹੈ। It is amazing. ਇਹ ਬਹੁਤ ਅਦਭੁਤ ਹੈ। You go into a shop in America ਤੁਸੀਂ ਅਮਰੀਕਾ ਵਿੱਚ ਕਿਸੇ ਵੀ ਦੁਕਾਨ ਤੇ ਜਾਓ and you find that so many products are made in China. ਅਤੇ ਤੁਹਾਨੂੰ ਬਹੁਤ ਸਾਰੇ ਉਤਪਾਦਨ ਚੀਨ ਦੇ ਉੱਥੇ ਮਿਲਣਗੇ। And also in India, Indonesia, other places. ਅਤੇ ਭਾਰਤ ਦੇ ਵਿੱਚ ਵੀ, ਇੰਡੋਨੇਸ਼ੀਆ ਵਿੱਚ ਵੀ, ਹੋਰਨਾਂ ਕਈ ਜਗ੍ਹਾਵਾਂ ਤੇ ਵੀ। So, ਇਸ ਤਰ੍ਹਾਂ a deceitful thought ਇੱਕ ਧੋਖੇ ਦਾ ਵਿਚਾਰ brings down a whole nation. ਪੂਰੇ ਦੇਸ਼ ਨੂੰ ਹੀ ਹੇਠਾਂ ਵੱਲ ਲੈ ਆਉਂਦਾ ਹੈ। One deceitful thought ਸਿਰਫ ਇੱਕ ਧੋਖੇ ਦਾ ਵਿਚਾਰ brings unemployment to so many. ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਨੂੰ ਗਵਾ ਦਿੰਦਾ That ਹੈ। is why the Bible says, ਇਸੇ ਕਰਕੇ ਹੀ ਬਾਈਬਲ ਆਖਦੀ ਹੈ, if you obey my word, ਜੇਕਰ ਤੁਸੀਂ ਮੇਰੇ ਹੁਕਮਾਂ ਦੀ ਪਾਲਣਾ you ਕਰੋ will be blessed. ਤਾਂ ਤੁਸੀਂ ਬਰਕਤ ਪਾਓਗੇ। If you disobey my word, ਜੇਕਰ ਤੁਸੀਂ ਮੇਰੇ ਵਚਨਾਂ ਦੀ ਆਣਾਗਿਆਕਾਰੀ ਕਰਦੇ ਹੋ you will be cursed. ਤਾਂ ਤੁਸੀਂ ਸਰਾਪਿਤ ਹੋਵੋਗੇ। My dear friends, that is true in practical life. ਮੇਰੇ ਪਿਆਰੇ ਮਿੱਤਰੋ, ਇਹ ਵਿਵਹਾਰਿਕ ਜੀਵਨ ਦੇ ਵਿੱਚ If ਸੱਚ you ਹੈ। turn to Romans ਜੇਕਰ ਤੁਸੀਂ ਵੇਖੋ 6th chapter, ਰੋਮੀਆਂ ਉਸ ਦਾ 6 ਅਧਿਆਇ sixteenth verse, ਉਸ ਦੀ 16 ਆਇਤ। know ye not to whom you yield yourselves servants to obey? ਭਲਾ ਤੁਸੀਂ ਨਹੀਂ ਜਾਣਦੇ ਹੋ ਭਈ ਆਗਿਆ ਮੰਨਣ ਲਈ ਜਿਹਦੇ ਹੱਥ ਤੁਸੀਂ His servants you are to whom you obey. ਆਪਣੇ ਆਪ ਨੂੰ ਦਾਸ ਬਣਾ ਕੇ ਸੌਂਪ ਦਿੰਦੇ ਹੋ, ਤੁਸੀਂ ਉਸੇ ਦੇ ਦਾਸ ਹੋ। So, ਇਸ ਲਈ whose servants are you? ਤੁਸੀਂ ਕਿਸ ਦੇ ਦਾਸ ਹੋ? The devil tells you, ਸ਼ੈਤਾਨ ਤੁਹਾਨੂੰ ਇਹ ਦੱਸਦਾ ਹੈ, sit before this television ਇਸ ਟੈਲੀਵਿਜ਼ਨ ਦੇ ਸਾਹਮਣੇ ਬੈਠੇ ਰਹੋ and there are these half-naked women before you. ਅਤੇ ਉੱਥੇ ਤੁਹਾਡੇ ਸਾਹਮਣੇ ਅੱਧ ਨੰਗੀਆਂ ਔਰਤਾਂ ਹੁੰਦੀਆਂ ਹਨ। Your wife is sleeping or your father and mother have gone to bed. ਤੁਹਾਡੀ ਪਤਨੀ ਸੌ ਰਹੀ ਹੁੰਦੀ ਹੈ ਅਤੇ ਤੁਹਾਡੇ ਮਾਤਾ-ਪਿਤਾ ਵੀ And ਸੌਣ ਲਈ you're ਚਲੇ ਗਏ ਹੁੰਦੇ getting ਹਨ pornographic sites in the computer. ਅਤੇ ਫਿਰ ਤੁਸੀਂ ਕੰਪਿਊਟਰ ਤੇ ਗੰਦੀਆਂ ਤਸਵੀਰਾਂ ਵੇਖਦੇ ਹੋ। Sit here. ਇੱਥੇ ਬੈਠੋ। You're obeying the flesh. ਤੁਸੀਂ ਸਰੀਰ ਦੀ ਆਗਿਆ ਮੰਨ ਰਹੇ ਹੋ। You're obeying that sinful impulse. ਤੁਸੀਂ ਉਸ ਪਾਪੀ ਸ਼ਕਤੀ ਦੀ ਆਗਿਆ ਪਾਲਣਾ ਕਰ ਰਹੇ ਹੋ। Whose servant are you? ਤੁਸੀਂ ਕਿਸ ਦੇ ਦਾਸ ਹੋ? Whose slave are you? ਤੁਸੀਂ ਕਿਸ ਦੇ ਗੁਲਾਮ ਹੋ? You're a slave to the flesh. ਤੁਸੀਂ ਸਰੀਰ ਦੇ ਗੁਲਾਮ ਹੋ। Now I hear of men who have families in one or two places, 2 or 3 places. ਮੈਂ ਇੱਕ ਅਜਿਹੇ ਵਿਅਕਤੀ ਦੇ ਬਾਰੇ ਸੁਣਿਆ ਜਿਸ ਦੇ ਕੋਲ 2-3 ਜਗ੍ਹਾ ਤੇ ਪਰਿਵਾਰ ਸਨ। They take money from one and give to the other. ਉਹ ਇੱਕ ਤੋਂ ਪੈਸੇ ਲੈ ਕੇ ਦੂਜੇ ਨੂੰ ਦਿੰਦਾ ਸੀ
unrighteous man. ਅਤੇ ਇਹ ਕੁਧਰਮੀ ਮਨੁੱਖ ਸੀ। There is nobody who even rebukes them. ਕੋਈ ਵੀ ਨਹੀਂ ਸੀ ਜਿਹੜਾ ਇਸ ਵਿਅਕਤੀ ਨੂੰ ਝਿੜਕ ਸਕੇ। My dear friends, ਮੇਰੇ ਪਿਆਰੇ ਮਿੱਤਰੋ, when you are a slave to sin, ਜਦੋਂ ਤੁਸੀਂ ਪਾਪ ਦੇ ਗੁਲਾਮ ਹੁੰਦੇ ਹੋ there is no longer righteousness in you. ਤਾਂ ਇੱਥੇ ਤੁਹਾਡੇ ਵਿੱਚ ਕਿਤੇ ਵੀ ਧਾਰਮਿਕਤਾ ਨਹੀਂ ਹੁੰਦੀ ਹੈ। You bring a curse to your children. ਤੁਸੀਂ ਆਪਣੇ ਬੱਚਿਆਂ ਦੇ ਲਈ ਸ਼ਰਾਪ ਲੈ ਆਉਂਦੇ ਹੋ। Now, which father wants to bring a curse to his children? ਹੁਣ ਕਿਹੜਾ ਪਿਤਾ ਆਪਣੇ ਬੱਚਿਆਂ ਦੇ ਲਈ ਸ਼ਰਾਪ ਨੂੰ ਲਿਆਉਣਾ ਚਾਹੁੰਦਾ ਹੈ? I have 5 children. ਮੇਰੇ 5 ਬੱਚੇ ਹਨ। I don't want to give any of my old qualities to my children. ਮੈਂ ਨਹੀਂ ਚਾਹੁੰਦਾ ਹਾਂ ਕਿ ਮੇਰੀਆਂ ਪੁਰਾਣੀਆਂ ਪਾਪੀ ਸੁਭਾਅ ਦੀਆਂ ਖੂਬੀਆਂ ਮੇਰੇ ਬੱਚਿਆਂ ਵਿੱਚ ਆਉਣ। They are unchristlike qualities of slavery to sinful impulses. ਉਹ ਤਾਂ ਪਾਪੀ ਸੁਭਾਅ ਦੀਆਂ ਖੂਬੀਆਂ ਹਨ ਜਿਹੜੀਆਂ ਪਹਿਲਾਂ ਮੇਰੇ ਵਿੱਚ ਹੁੰਦੀਆਂ ਸਨ। I don't want to give those thoughts. ਮੈਂ ਉਹ ਵਿਚਾਰ ਉਹਨਾਂ ਨੂੰ ਨਹੀਂ ਦੇਣਾ ਚਾਹੁੰਦਾ ਹਾਂ। I want to leave a blessing. ਮੈਂ ਉਹਨਾਂ ਲਈ ਇੱਕ ਬਰਕਤ ਛੱਡ ਕੇ ਜਾਣਾ ਚਾਹੁੰਦਾ ਹਾਂ। Like Abraham, ਜਿਵੇਂ ਕਿ you ਅਬਰਾਹਮ ਨੇ, know, God says, ਜਿਵੇਂ ਕਿ ਪਰਮੇਸ਼ਵਰ ਨੇ ਆਖਿਆ I ਸੀ, am the God of Abraham, of Isaac, and of Jacob. ਮੈਂ ਅਬਰਾਹਮ, ਇਸਾਕ ਅਤੇ ਯਾਕੂਬ ਦਾ ਪਰਮੇਸ਼ਵਰ ਹਾਂ। So the blessing, the fruit, should come from you to your children, to your children's children. ਇਸ ਲਈ ਇਹ ਫਲ ਸਾਡੇ ਬੱਚਿਆਂ ਕੋਲ ਅਤੇ ਉਹਨਾਂ ਦੇ ਬੱਚਿਆਂ ਕੋਲ ਅੱਗੇ What ਜਾਂਦਾ do ਰਹਿਣਾ we ਚਾਹੀਦਾ ਹੈ। see normally? ਅਸੀਂ ਆਮ ਤੌਰ ਤੇ ਕੀ ਵੇਖਦੇ ਹਾਂ? Mother is a woman with great temper. ਮਾਤਾ ਬਹੁਤ ਕ੍ਰੋਧ ਕਰਨ ਵਾਲੀ ਹੁੰਦੀ ਹੈ The daughter is just like that. ਅਤੇ ਫਿਰ ਕੁੜੀ ਵੀ ਉਸੇ ਤਰ੍ਹਾਂ ਦੀ ਹੁੰਦੀ ਹੈ। The father is an adulterous man, ਜੇਕਰ ਪਿਤਾ ਵਿਭਚਾਰੀ ਮਨੁੱਖ ਹੁੰਦਾ ਹੈ and the son is just like that. ਤਾਂ ਫਿਰ ਪੁੱਤਰ ਵੀ ਉਸੇ ਵਰਗਾ ਹੀ ਹੁੰਦਾ ਹੈ। That same quality. ਵੇਖੋ ਉਹੀ ਖੂਬੀ ਉਹਦੇ ਵਿੱਚ ਵੀ ਜਾਂਦੀ ਹੈ। Father and mother are always fighting, ਜੇਕਰ ਮਾਤਾ ਪਿਤਾ ਆਪਸ 'ਚ ਲੜਦੇ ਰਹਿੰਦੇ ਹਨ and that same fighting continues in the families of the children. ਅਤੇ ਫਿਰ ਉਹ ਝਗੜਾ ਅੱਗੇ ਬੱਚਿਆਂ ਦੇ ਪਰਿਵਾਰਾਂ ਵਿੱਚ ਵੀ ਚੱਲਦਾ ਰਹਿੰਦਾ You ਹੈ। can see it everywhere. ਤੁਸੀਂ ਇਸ ਨੂੰ ਹਰ ਜਗ੍ਹਾ ਵੇਖ ਸਕਦੇ ਹੋ। Your fruit, ਉਹੀ ਫਲ ਪੈਦਾ your ਹੁੰਦਾ ਹੈ। nature, ਤੁਹਾਡਾ ਸੁਭਾਅ ਉਹਦੇ ਵਿੱਚ, your sin, ਤੁਹਾਡਾ ਪਾਪ, it comes upon you and your children. ਇਹ ਤੁਹਾਡੇ ਅਤੇ ਤੁਹਾਡੇ ਬੱਚਿਆਂ ਵਿੱਚ ਜਾਵੇਗਾ, ਇਹ ਆਖਿਆ ਗਿਆ ਸੀ। And which mother likes to do that? ਅਤੇ ਕਿਹੜੀ ਮਾਂ ਇਸ ਤਰ੍ਹਾਂ ਕਰਨਾ ਚਾਹੁੰਦੀ ਹੈ? You like to leave some blessing to your children. ਤੁਸੀਂ ਤਾਂ ਆਪਣੇ ਬੱਚਿਆਂ ਲਈ ਕੁਝ ਬਰਕਤਾਂ ਛੱਡ ਕੇ ਜਾਣਾ ਚਾਹੁੰਦੇ ਹੋ। My dear friends, ਮੇਰੇ ਪਿਆਰੇ ਮਿੱਤਰੋ, we are living in times when we must expect the Lord Jesus at any moment. ਅਸੀਂ ਇੱਕ ਅਜਿਹੇ ਪਲ ਵਿੱਚ ਰਹਿ ਰਹੇ ਹਾਂ ਜਿਸ ਸਮੇਂ ਕਿਸੇ ਵੀ ਪਲ ਪ੍ਰਭੂ ਯਿਸੂ ਮਸੀਹ ਆ ਸਕਦਾ ਹੈ। Little innocent children are weeping ਔਰ ਛੋਟੇ-ਛੋਟੇ ਬੱਚੇ ਰੋ ਰਹੇ ਹਨ because their families are broken, they don't understand. ਕਿਉਂਕਿ ਉਹਨਾਂ ਦੇ ਪਰਿਵਾਰ ਟੁੱਟੇ ਹੋਏ ਹਨ ਅਤੇ ਉਹ ਸਮਝ ਨਹੀਂ ਪਾਉਂਦੇ ਹਨ। Where is mother? ਮਾਤਾ ਕਿੱਥੇ ਹੈ? Where is daddy? ਡੈਡੀ ਕਿੱਥੇ ਹੈ? What does a little child understand? ਇਹ ਛੋਟੇ ਬੱਚੇ ਨੂੰ ਕੀ ਸਮਝ That ਆਵੇਗੀ they went to the divorce court and they were divorced. ਕਿ ਉਹ ਤਾਂ ਤਲਾਕ ਲੈਣ ਲਈ ਚਲੇ ਗਏ ਸਨ ਅਤੇ ਉਹਨਾਂ ਦਾ ਤਲਾਕ ਹੋ ਗਿਆ ਸੀ। So, how long can a loving God bear this scenario? ਕਿੰਨੇ ਸਮੇਂ ਤੱਕ ਪ੍ਰੇਮੀ ਪਿਤਾ ਅਜਿਹੀਆਂ ਗੱਲਾਂ ਨੂੰ ਸਹਿਣ ਕਰਦਾ ਰਹੇਗਾ? He cannot bear this. ਉਹ ਇਸ ਨੂੰ ਸਹਿਣ ਨਹੀਂ ਕਰ ਸਕਦਾ ਹੈ। Even I find it very hard to bear this. ਵੇਖੋ ਮੇਰੇ ਲਈ ਵੀ ਇਹ ਸਹਿਣਾ ਬਹੁਤ ਮੁਸ਼ਕਿਲ ਹੋ ਜਾਂਦਾ The ਹੈ। sorrows in the hearts of children. ਬੱਚਿਆਂ ਦੇ ਦਿਲਾਂ ਵਿੱਚ ਬਹੁਤ ਜ਼ਿਆਦਾ ਦੁੱਖ The ਹੈ। tears in families. ਕਈ ਪਰਿਵਾਰਾਂ ਦੇ ਵਿੱਚ ਹੰਝੂ ਹਨ। Fruit unto uncleanness. ਅਸ਼ੁੱਧ ਫਲ ਉਹਨਾਂ ਦੇ ਅੰਦਰ ਪੈਦਾ ਹੋ ਗਿਆ ਹੈ। My dear friend, ਮੇਰੇ ਪਿਆਰੇ ਮਿੱਤਰੋ, at such a time, ਅਜਿਹੇ ਸਮੇਂ ਦੇ ਵਿੱਚ you can be a person
who changes the world around you. ਤੁਸੀਂ ਇੱਕ ਅਜਿਹੇ ਵਿਅਕਤੀ ਹੋ ਸਕਦੇ ਹੋ ਜਿਹੜੇ ਆਪਣੇ ਆਲੇ ਦੁਆਲੇ That ਦੇ is ਸੰਸਾਰ ਨੂੰ ਬਦਲ what ਦਿਓ should come out of these meetings. ਅਤੇ ਇਹਨਾਂ ਮੀਟਿੰਗਾਂ ਦੇ ਵਿੱਚੋਂ ਇਹੋ ਫਲ ਆਉਣਾ ਚਾਹੀਦਾ ਹੈ। Otherwise, ਨਹੀਂ ਤਾਂ such meetings are perfectly worthless. ਇਹੋ ਜਿਹੀਆਂ ਮੀਟਿੰਗਾਂ ਬਿਲਕੁਲ ਵਿਅਰਥ ਹਨ। Preachers like me are perfectly worthless. ਫਿਰ ਮੇਰੇ ਵਰਗੇ ਪ੍ਰਚਾਰਕ ਬੇਵਜ੍ਹਾ ਹੀ ਹਨ। Why should we stand on this platform ਕਿਉਂ ਅਸੀਂ ਇਸ ਮੰਚ ਤੇ ਅੱਗੇ ਖੜੇ ਹੋਈਏ if we cannot make people servants of righteousness? ਜੇਕਰ ਅਸੀਂ ਲੋਕਾਂ ਨੂੰ ਧਾਰਮਿਕਤਾ ਦੇ ਦਾਸ ਨਹੀਂ ਬਣਾਉਂਦੇ। I don't want to be a donga bodakudu. ਮੈਂ ਇੱਕ ਦੋਹਰਾ ਵਿਅਕਤੀ ਨਹੀਂ ਹੋਣਾ ਚਾਹੁੰਦਾ ਹਾਂ। I don't want you to be a donga Christian. ਮੈਂ ਨਹੀਂ ਚਾਹੁੰਦਾ ਹਾਂ ਕਿ ਤੁਸੀਂ ਸਿਰਫ ਨਾਮ ਦੇ ਮਸੀਹੀ ਹੋਵੋ। Fruit unto holiness. ਪਵਿੱਤਰਤਾ ਦੇ ਫਲ ਨੂੰ ਲਿਆਓ। Christ-like life. ਮਸੀਹ ਵਰਗਾ ਜੀਵਨ ਲਿਆਓ। May God help you. ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ।